ਤੁਸੀਂ ਦੇਖ ਰਹੇ ਹੋ ਐਡੀਟੋਰੀਅਲ ਡਿਕਟ ਤੇ ਅੱਜ ਦਾ ਐਡੀਟੋਰੀਅਲ ਅਸੀਂ ਹਿੰਦੂ ਆਰਟੀਕਲ ਵਿੱਚੋਂ ਲੈ ਕੇ ਆਏ ਹਾਂ ਤੇ ਆਰਟੀਕਲ ਨੂੰ ਅੰਤ ਤੱਕ ਦੇਖਣ ਤਾਂ ਕਿ ਤੁਹਾਨੂੰ ਪੂਰਾ ਸਮਝ ਆ ਸਕੇ। ਤਾਂ ਸ਼ੁਰੂ ਕਰਦੇ ਹਾਂ ਜੀ। ਇਕੁਅਲ ਫਰੀडम ਐਂਡ ਫੋਰਸਡ ਲੇਬਰ। ਕਹਿੰਦਾ ਬਰਾਬਰ ਦੇ ਅਧਿਕਾਰ ਤੇ ਵਧੂਆ ਮਜ਼ਦੂਰੀ, ਯਾਨੀ ਕਿ ਜਿਸ ਤੋਂ ਬਿਨਾਂ ਪੈਸੇ ਤੋਂ ਮਜ਼ਦੂਰੀ ਕਰਾਈ ਜਾਵੇ ਉਸ ਨੂੰ ਕਹਿੰਦੇ ਆ ਜੀ। ਤਾਂ ਇਹ ਸਾਰਾ ਜਿਹੜਾ ਆਰਟੀਕਲ ਆ ਮਜ਼ਦੂਰਾਂ ਦੇ ਬਾਰੇ ਹੈ ਜੀ, ਉਹਨਾਂ ਦੀ ਕਿਸ ਤਰ੍ਹਾਂ ਲੇਬਰ ਲਾਜ਼ ਨੇ ਕਿਵੇਂ ਸੰਵਿਧਾਨ ਦੇ ਵਿੱਚ ਪਹਿਲਾਂ ਕੀਤਾ ਗਿਆ ਸੀ ਤੇ ਕਿਵੇਂ ਹੁਣ ਉਸਦੀ ਸਰਕਾਰ ਦੁਆਰਾ ਜਿਹੜੀ ਉਸ ਲਾ ਨੂੰ ਜਿਹੜਾ ਹਟਾਇਆ ਗਿਆ। ਸਟੈਪਸ ਬੀਇੰਗ ਟੇਕਨ ਬਾਈ ਸਟੇਟ ਦੁਆਰਾ ਜਿਹੜੇ ਕਦਮ ਨੇ ਉਠਾਏ ਜਾ ਰਹੇ ਨੇ ਅੰਡਰ ਦੀ ਕਵਰ ਆਫ ਕੋਵਿਡ-19 ਦੀ ਬਿਮਾਰੀ ਦੇ ਨਾਂ ਹੇਠ ਆਫ ਰਿਮੂਵਿੰਗ ਲੇਬਰ ਲਾਜ਼ ਆਰ ਗ੍ਰੋਸਲੀ ਅਨਕਨਸਟੀਟਿਊਸ਼ਨਲ। ਜਿਹੜੇ ਲੇਬਰ ਲਾ ਨੇ ਉਹਨਾਂ ਨੂੰ ਹਟਾਉਣਾ ਕਹਿੰਦਾ ਪੂਰੀ ਤਰ੍ਹਾਂ ਗੈਰ ਸੰਵਿਧਾਨਿਕ ਆ। ਸੂਨ ਆਫਟਰ ਇੰਡੀਪੈਂਡੈਂਸ, ਕਹਿੰਦਾ ਆਜ਼ਾਦੀ ਤੋਂ ਇੱਕਦਮ ਬਾਅਦ ਵਾਈਲ ਦਾ ਕੰਸਟੀਟਿਊਸ਼ਨ ਆਫ ਫਰੀ ਇੰਡੀਆ ਵਾਜ਼ ਬੀਇੰਗ ਡਰਾਫਟਡ, ਜਦੋਂ ਆਪਣਾ ਭਾਰਤ ਫਰੀ ਯਾਨੀ ਕਿ ਆਜ਼ਾਦ ਭਾਰਤ ਦਾ ਜਿਹੜਾ ਸੰਵਿਧਾਨ ਸੀ ਉਸਨੂੰ ਬਣਾਇਆ ਜਾ ਰਿਹਾ ਸੀ ਡਾਕਟਰ BR ਅੰਬੇਦਕਰ ਦੁਆਰਾ, ਜਿਹੜੇ ਕਿ ਚੇਅਰਪਰਸਨ ਸਨ ਡਰਾਫਟਿੰਗ ਕਮੇਟੀ ਦੇ। ਵਾਜ਼ ਆਸਕਡ ਟੂ ਪ੍ਰਪੇਅਰ ਨੋਟ ਔਨ ਦੀ ਆਈਡੀਆ ਆਫ ਫੰਡਾਮੈਂਟਲ ਰਾਈਟਸ। ਉਹਨਾਂ ਨੂੰ ਕਿਹਾ ਗਿਆ ਉਹ ਇੱਕ ਨੋਟ ਬਣਾਉਣ ਯਾਨੀ ਕਿ ਫੰਡਾਮੈਂਟਲ ਆਈਡੀਆ ਦੇ ਬਾਰੇ। ਇਨ ਅ ਟਰਸ ਡਾਕੂਮੈਂਟ, ਕਹਿੰਦਾ ਇੱਕ ਟਰਸ ਯਾਨੀ ਕਿ ਇੱਕ ਡਾਕੂਮੈਂਟ ਦੇ ਵਿੱਚ BR ਅੰਬੇਦਕਰ ਓਬਜ਼ਰਵ ਦੈਟ ਥਸ ਫਾਰ, ਕਹਿੰਦਾ ਡਾਕਟਰ ਅੰਬੇਦਕਰ ਨੇ ਓਬਜ਼ਰਵ ਯਾਨੀ ਕਿ ਨੋਟ ਕੀਤਾ ਦ ਪਰਪਸ ਆਫ ਕੰਸਟੀਟਿਊਸ਼ਨਸ ਹੈਡ ਬੀਨ ਟੂ ਲਿਮਿਟ ਸਟੇਟ ਪਾਵਰ, ਕਿ ਜਿਹੜਾ ਕੰਸਟੀਟਿਊਸ਼ਨ ਯਾਨੀ ਕਿ ਜਿਹੜਾ ਸੰਵਿਧਾਨ ਦਾ ਪਰਪਸ ਆ ਉਹ ਸਟੇਟ ਦੀ ਪਾਵਰ ਨੂੰ ਯਾਨੀ ਕਿ ਘਟਾਉਣਾ। ਇਨ ਆਰਡਰ ਟੂ ਪ੍ਰਜ਼ਰਵ ਦੀ ਫਰੀਡਮ ਆਫ ਇੰਡੀਵਿਜੂਅਲ, ਤਾਂ ਕਿ ਜਿਹੜੀ ਆਪਣੀ ਨਿੱਜੀ ਆਮ ਲੋਕਾਂ ਦੀ ਜਿਹੜੀ ਫਰੀਡਮ ਆ ਯਾਨੀ ਕਿ ਜਿਹੜੀ ਉਹਨਾਂ ਦੀ ਆਜ਼ਾਦੀ ਆ ਉਸਨੂੰ ਬਚਾਇਆ ਸਕੇ। ਬਟ ਦਿਸ ਵਾਜ਼ ਟੂ ਨੈਰੋ ਐਨ ਅੰਡਰਸਟੈਂਡਿੰਗ ਆਫ ਫਰੀਡਮ, ਪਰ ਜਿਹੜਾ ਇਹ ਵਿਚਾਰ ਸੀ ਇਹ ਬਹੁਤ ਹੀ ਤੰਗ ਯਾਨੀ ਕਿ ਬਹੁਤ ਹੀ ਵਧੀਆ ਸੋਚ ਵਾਲਾ ਵਿਚਾਰ ਨਹੀਂ ਸੀ। ਬਿਕੋਜ਼ ਇਟ ਇਗਨੋਰਡ ਦਾ ਫੈਕਟ ਦੈਟ ਓਫਨ, ਕਿਉਂਕਿ ਜਿਹੜਾ ਫੈਕਟ ਸੀ ਇਹ ਇਸ ਗੱਲ ਨੂੰ ਇਗਨੋਰ ਕਰ ਰਿਹਾ ਸੀ, ਯਾਨੀ ਕਿ ਇਸ ਗੱਲ ਨੂੰ ਵੱਲ ਧਿਆਨ ਨਹੀਂ ਦੇ ਰਿਹਾ ਸੀ। ਇਗਨੋਰ ਕਰਨਾ ਹੋਇਆ ਜਿਵੇਂ ਆਪਾਂ ਧਿਆਨ ਨਾ ਦਈਏ। ਇਟ ਵਾਜ਼ ਪ੍ਰਾਈਵੇਟ ਪਾਰਟੀਜ਼, ਇੰਡੀਵਿਜੂਅਲਸ ਐਂਡ ਕਾਰਪੋਰੇਸ਼ਨ, ਇਹ ਜਿਹੜੀਆਂ ਪ੍ਰਾਈਵੇਟ ਪਾਰਟੀ ਨੇ, ਪ੍ਰਾਈਵੇਟ ਲੋਕ ਨੇ ਤੇ ਵੱਡੀਆਂ ਵੱਡੀਆਂ ਕੰਪਨੀਆਂ ਨੇ। ਦੈਟ ਐਕਸਰਸਾਈਜ਼ ਗ੍ਰੇਟ ਸਵੇ ਓਵਰ ਦਾ ਇਕਨੋਮਿਕ, ਇਹ ਜਿਹੜੀਆਂ ਨੇ ਕਿ ਸਵੇ ਦਾ ਮਤਲਬ ਹੁੰਦਾ ਜੀ ਕਦੇ ਕਿਸੇ ਪਾਸੇ ਹੋ ਜਾਣਾ ਕਦੇ ਕੀ, ਯਾਨੀ ਕਿ ਇਹ ਇਕਨੋਮਿਕ ਯਾਨੀ ਕਿ ਇਕਨੋਮਿਕ ਉਹਦੇ ਬਾਰੇ ਜਾਂ ਕਿਸੇ ਵੀ ਪਾਸੇ ਹੋ ਸਕਦੀਆਂ, ਕਦੇ ਉੱਧਰ ਯਾਨੀ ਕਿ ਇਹਨਾਂ ਦਾ ਕੋਈ ਉਹ ਨਹੀਂ ਹੈਗਾ। BR ਅੰਬੇਦਕਰ ਦੇਅਰਫੋਰ ਆਰਜਡ ਦੈਟ ਫੰਡਾਮੈਂਟਲ ਰਾਈਟਸ, ਡਾਕਟਰ ਅੰਬੇਦਕਰ ਸਾਹਿਬ ਨੇ ਕਹਿੰਦਾ ਫਿਰ ਇਹ ਗੁਹਾਰ ਲਗਾਈ ਕਿ ਜਿਹੜੇ ਫੰਡਾਮੈਂਟਲ ਰਾਈਟ ਨੇ ਮਸਟ ਆਲਸੋ ਇਲੀਮੀਨੇਟ ਦਾ ਪੋਸੀਬਿਲਿਟੀ ਆਫ ਮੋਰ ਪਾਵਰਫੁਲ, ਇਹ ਨੇ ਜਿਹੜੇ ਬਹੁਤ ਯਾਨੀ ਕਿ ਇਹ ਜ਼ਿਆਦਾ ਪਾਵਰਫੁਲ ਹੋਣੇ ਚਾਹੀਦੇ ਨੇ। ਟੂ ਇੰਪੋਜ਼ ਆਰਬਿਟਰੀ ਸਟੇਨ ਔਨ ਲੈਸ ਪਾਵਰਫੁਲ ਬਾਈ ਵਿਡਰਾਇੰਗ ਫਰੋਮ ਕੰਟਰੋਲ, ਕਿਉਂਕਿ ਜਿਹੜੇ ਆਰਬਿਟਰੀ ਯਾਨੀ ਕਿ ਜਿਹੜੇ ਬਹੁਤ ਹੀ ਘਟੀਆ ਸੋਚਦੇ ਉਹ ਨੇ ਉਹਨਾਂ 'ਤੇ ਕੰਟਰੋਲ ਕੀਤਾ ਜਾ ਸਕੇ। ਔਰ ਮੋਰ ਇਫਿਊਸੀਡੇਟਲੀ ਟੂ ਟੈਕਲ ਦਾ ਡਿਕਟੇਟਰਸ਼ਿਪ ਆਫ ਪ੍ਰਾਈਵੇਟ ਐਮਪਲੋਇਰ, ਤਾਂ ਕਿ ਜਿਹੜੇ ਪ੍ਰਾਈਵੇਟ ਬੰਦੇ ਨੇ ਜਿਹੜੇ ਲੋਕਾਂ ਨੂੰ ਇੰਪਲੋਇਰ ਯਾਨੀ ਕਿ ਰੁਜ਼ਗਾਰ ਦਿੰਦੇ ਨੇ ਉਹਨਾਂ 'ਤੇ ਉਹਨੇ ਜਿਹੜੀ ਡਿਕਟੇਟਰਸ਼ਿਪ ਸੋਚ ਆ ਉਸ 'ਤੇ ਯਾਨੀ ਕਿ ਉਹਨਾਂ ਦੀ ਜਿਹੜੀ ਉਹਨਾਂ ਦੇ ਵਧੀਆ ਉਸ 'ਤੇ ਸੋਚ ਆ ਉਹਨਾਂ 'ਤੇ ਕਾਬੂ ਕੀਤਾ ਜਾ ਸਕੇ। ਲੇਬਰ ਰਾਈਟਸ, BR ਅੰਬੇਦਕਰ ਲੌਂਗ ਟਾਈਮ ਐਡਵੋਕੇਟ ਆਫ ਰਾਈਟਸ ਆਫ ਲੇਬਰ, ਜਿਹੜੇ BR ਅੰਬੇਦਕਰ ਸਾਹਿਬ ਨੇ ਉਹ ਬਹੁਤ ਸਮਾਂ ਜਿਹੜੇ ਰਹੇ ਨੇ ਜੀ ਉਹ ਲੇਬਰ ਦੇ ਯਾਨੀ ਕਿ ਉਹ ਵੀ ਰਹੇ ਆਪਣੇ ਲੇਬਰ ਲਾ ਵੀ ਉਹਨਾਂ ਨੇ ਕਾਫੀ ਸਮਾਂ ਉਹ ਕੀਤਾ। ਹੂ ਹੈਡ ਬੀਨ ਇੰਸਟਰੂਮੈਂਟ ਇਨ ਪੈਸੇ 8 ਆਰ ਵਰਕਿੰਗ ਅ ਡੇ, ਉਹਨਾਂ ਨੇ ਇਹ ਗੱਲ ਨੋਟ ਕੀਤੀ ਕਿ ਜਿਹੜਾ 8 ਘੰਟੇ ਕੰਮ ਦਿਨ 'ਚ ਇਹ ਹੋਣਾ ਚਾਹੀਦਾ ਇਸ ਤੋਂ ਬਹੁਤ ਸਮਾਂ ਪਹਿਲਾਂ। ਵਾਜ਼ ਰਾਈਟਿੰਗ ਬਾਰ ਲੌਂਗ ਸਟੈਂਡਿੰਗ ਇੰਟੈਲੈਕਚੁਅਲ ਐਂਡ ਪੋਲੀਟੀਕਲ ਟ੍ਰੈਡੀਸ਼ਨ, ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਇੰਟੈਲੈਕਚੁਅਲ ਹੁੰਦਾ ਯਾਨੀ ਕਿ ਦਿਮਾਗੀ ਤੌਰ 'ਤੇ ਪੋਲੀਟੀਕਲ ਟ੍ਰੈਡੀਸ਼ਨ ਬਣ ਸਕੇ। ਲੇਬਰ ਮੂਵਮੈਂਟ ਹੈਡ ਬੀਨ ਕੀ ਟੂ ਦਿਸ ਸਕਸੈਸਫੁਲ ਫਰੀਡਮ, ਜਿਹੜੀ ਮਜ਼ਦੂਰਾਂ ਦੀ ਮੂਵਮੈਂਟ ਸੀ ਉਹ ਇੱਕ ਕੀ ਯਾਨੀ ਕਿ ਬਹੁਤ
ਕਿ ਉਹ ਬਣ ਗਈ ਇਸ ਫਰੀडम ਸਟਰਗਲ ਦੇ ਵਿੱਚ ਉਹਨਾਂ ਨੇ ਕਾਫੀ ਸਾਥ ਦਿੱਤਾ। ਐਂਡ ਇੰਡੀਡ 1931 ਕਰਾਚੀ ਡਿਕਲੇਰੇਸ਼ਨ, ਅਤੇ ਕਰਾਚੀ 'ਚ ਜਿਹੜੀ 1931 ਦੇ ਵਿੱਚ ਇੱਕ ਡਿਕਲੇਰੇਸ਼ਨ ਹੋਈ ਸੀ। ਐਂਡ ਬਿਲ ਆਫ ਰਾਈਟਸ ਇਹ ਫੋਰ ਰਨਰ ਟੂ ਦੀ ਕੰਸਟੀਟਿਊਸ਼ਨ, ਇੱਕ ਫੋਰ ਰਨਰ ਦਾ ਹੁੰਦਾ ਯਾਨੀ ਜਿਹੜਾ ਅੱਗੇ ਜਿਹੜਾ ਸਭ ਨੂੰ ਦਿਸ਼ਾ ਨਿਰਦੇਸ਼ ਦੇ ਰਿਹਾ, ਉਹ ਇਸ ਤਰ੍ਹਾਂ ਦਾ ਉਹ ਕਰ ਰਿਹਾ ਸੀ ਜਿਹੜਾ ਇਹ ਬਿੱਲ ਸੀ ਜੀ। ਐਕਸਪ੍ਰੈਸਲੀ ਪਲੇਸਡ ਲੇਬਰ ਰਾਈਟ ਔਨ ਏ ਪਾਰ ਵਿਦ ਆਰਡੀਨਰੀ ਸਿਵਲ ਰਾਈਟ, ਜਿਹੜਾ ਲੇਬਰ ਯਾਨੀ ਕਿ ਜਿਹੜੇ ਮਜ਼ਦੂਰਾਂ ਦੇ ਹੱਕ ਸੀ ਉਹਨਾਂ ਨੂੰ ਇਹ ਸਿਵਲ ਲੋਕਾਂ ਦੇ ਹੱਕ ਦੇ ਨਾਲ ਰੱਖ ਰਿਹਾ ਸੀ ਐਜ਼ ਏ ਪਾਰਟ ਆਫ ਸਪੀਚ ਐਂਡ ਐਕਸਪ੍ਰੈਸ਼ਨ, ਤਾਂ ਕਿ ਜਿਹੜੇ ਆਜ਼ਾਦੀ ਅਤੇ ਬੋਲਣ ਦੀ ਆਜ਼ਾਦੀ ਉਸ ਨੂੰ ਰੱਖਿਆ ਜਾਵੇ। ਇਨ ਇਟਸ ਪ੍ਰੀਮਬਲ, ਯਾਨੀ ਕਿ ਪ੍ਰੀਮਬਲ ਜਿਹੜਾ ਸੰਵਿਧਾਨ ਦੀ ਜਿਹੜੀ ਪ੍ਰੀਮਬਲ ਦਾ ਮਤਲਬ ਹੁੰਦਾ ਜਿਹੜਾ ਸੰਵਿਧਾਨ ਮੁੱਢਲੀ ਜਾਣਕਾਰੀ ਜਿਹਤੋਂ ਆਪਾਂ ਮਿਲਦੀ ਆ ਉਸ ਨੂੰ ਕਹਿੰਦੇ ਆ। ਇਟ ਡਿਕਲੇਅਰਡ ਦੈਟ ਪੋਲੀਟੀਕਲ ਫਰੀडम ਮਸਟ ਇਨਕਲੂਡ ਰੀਅਲ ਇਕਨੋਮਿਕ ਫਰੀडम ਆਫ ਮਿਲੀਅਨਸ। ਇਹਦੇ ਵਿੱਚ ਕਿਹਾ ਗਿਆ ਜਿਹੜੀ ਪੋਲੀਟੀਕਲ ਯਾਨੀ ਕਿ ਜਿਹੜੀ ਰਾਜਨੀਤਿਕ ਆਜ਼ਾਦੀ ਆ ਉਸਨੂੰ ਉਹ ਆਪਣੀ ਇਕਨੋਮਿਕ ਆਜ਼ਾਦੀ ਉਸ ਯਾਨੀ ਕਿ ਲੱਖਾਂ ਲੋਕਾਂ ਦੀ ਯਾਨੀ ਕਿ ਮਜ਼ਦੂਰਾਂ ਦੇ ਹੱਕ ਵਿੱਚ ਉਸਨੂੰ ਅਪਣਾਇਆ ਜਾ ਸਕੇ। These principles eventually found their way into the Indian Constitution। ਉਸ ਤੋਂ ਬਾਅਦ ਹੀ ਜਿਹੜੇ ਇਸ ਪ੍ਰਿੰਸੀਪਲ ਦਾ ਮਤਲਬ ਹੁੰਦਾ ਜਿਹੜੇ ਕਾਨੂੰਨ ਸੀ ਉਹ ਕੰਸਟੀਟਿਊਸ਼ਨ ਦੇ ਵਿੱਚ ਆਏ ਇਨ ਦੀ ਫਾਰਮ ਆਫ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ ਹੀ ਉਸ ਸੰਵਿਧਾਨ ਦੇ ਵਿੱਚ ਸ਼ਾਮਲ ਹੋਏ। ਵਾਈਲ ਏ ਫਿਊ ਆਫ ਦੈਮ ਆਰ ਰਿਟੇਨਡ ਐਜ਼ ਫੰਡਾਮੈਂਟਲ ਰਾਈਟ, ਇਹਨਾਂ ਦੇ ਵਿੱਚੋਂ ਕੁਝ ਨੂੰ ਜਿਹੜਾ ਫੰਡਾਮੈਂਟਲ ਰਾਈਟ ਬਣਾ ਦਿੱਤਾ ਗਿਆ। Prominent among these were right against forced labor guaranteed by Article 23 of the Constitution। ਕਹਿੰਦਾ ਜਿਹੜਾ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਉਹ ਹੈਗਾ ਜੀ ਫੋਰਸ ਯਾਨੀ ਕਿ ਧੱਕੇ ਨਾਲ ਮਜ਼ਦੂਰੀ ਕਰਾਉਣ ਦੇ ਵਿਰੁੱਧ ਆਰਟੀਕਲ 13 ਜਿਹੜਾ ਆਪਣੇ ਸੰਵਿਧਾਨ ਦਾ। ਧੰਨਵਾਦ। ਜੇ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ, ਅਤੇ ਵੀਡੀਓ ਨੂੰ ਅੰਤ ਤੱਕ ਦੇਖਿਆ ਤਾਂ ਤੁਹਾਡਾ ਬਹੁਤ ਹੀ ਧੰਨਵਾਦ ਹੈ।